बाणी प्रभु की सबको बोले, आप अडोल ना कबहू डोले, आप अडोल ना कबहू डोले। बाणी प्रभु की सबको बोले, बाणी प्रभु की सबको बोले, आप अडोल ना कबहू डोले, आप अडोल ना कबहू डोले। सबको बोले, बाणी प्रभु की सबको बोले, आप अडोल ना कबहू डोले, आप अडोल ना कबहू डोले। वेद पुराण सिमरत में है देख, ससियर सूर नक्षत्र में है एक। वेद पुराण सिमरत में है देख, ससियर सूर नक्षत्र में है एक। वेद पुराण सिमरत में देख, ससियर सूर नक्षत्र में है एक, ससियर सूर नक्षत्र में है एक। आप अडोल ना कबहू डोले, आप अडोल ना कबहू डोले, बाणी प्रभु की सबको बोले, बाणी प्रभु की सबको बोले, आप अडोल ना कबहू डोले, आप अडोल ना कबहू डोले। सबको बोले, आप अडोल ना कबहू डोले। बाणी प्रभु की सबको बोले, आप अडोल ना कबहू डोले, आप अडोल ना कबहू डोले, आप अडोल ना कबहू डोले, आप अडोल ना कबहू डोले। बाणी प्रभु की सबको बोले, बाणी प्रभु की सबको बोले, आप अडोल ना कबहू डोले, आप अडोल ना कबहू डोले।
पाइयै गुण है अमोल। सर्ब कला कर खेलै खेल, मोल न पाइयै गुण है अमोल। मोल न पाइयै गुण है अमोल। सर्व कला कर खेलै खेल, मोल न पाइयै गुण है अमोल। मोल न पाइयै गुण है अमोल। आप अडोल ना कबहू डोलै, आप अडोल ना कबहू डोलै। बाणी प्रभ की सबको बोलै, बाणी प्रभ की सबको बोलै। आप अडोल ना कबहू डोलै, आप अडोल ना कबहू डोलै। सर्ब जोत मह जाकी जोत, सर्ब जोत में जाकी जोत। तार रहियो स्वामी ओत पोत, तार रहियो स्वामी ओत पोत। सर्ब जोत मह जाकी जोत, तार रहियो स्वामी ओत पोत। तार रहियो स्वामी ओत पोत। आप अडोल ना कबहू डोलै, आप अडोल ना कबहू डोलै। बाणी प्रभ की सबको बोलै, बाणी प्रभ की सबको बोलै। आप अडोल ना कबहू डोलै, आप अडोल ना कबहू डोलै। बाणी प्रभ की सबको बोलै, आप अडोल ना कबहू डोलै। हर जुग जुग भगत उपाया, भैज रखदा आया राम राजे। हरनाकस दुष्ट हर मारिया, प्रहलाद तराया। हंकारियां निंदकां पिठ दे, नाम दियो मुख लाया। ਜਿਹੜਾ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦਾ ਹੈ, ਜਿਹੜਾ ਵੀ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਨਾਮ ਭਜਨ ਬੰਦਗੀ ਕਰਦਾ ਹੈ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਣੀ ਪ੍ਰਭ ਕੀ ਸਭ ਕੋ ਬੋਲੇ। ਆਪ ਅਡੋਲ, ਪਰਮੇਸ਼ਰ ਅਡੋਲ ਹੈ ਤੇ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਉਹ ਵੀ ਅਡੋਲ ਹੋ ਜਾਂਦੇ ਨੇ। ਉਚਾਰਨ ਕਰੋ ਸਤਨਾਮ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤੇ ਕਿਸੇ ਨੂੰ ਡਰਾਈਦਾ ਤੇ ਨਾ ਹੀ ਕਿਸੇ ਦਾ ਡਰ ਮੰਨੀਦਾ। ਇਹ ਬਚਨ ਉਹਨਾਂ ਵਾਸਤੇ ਨੇ ਜਿਹੜੇ ਪਰਮੇਸ਼ਰ ਦੇ ਉਪਦੇਸ਼ ਤੇ ਚੱਲਦੇ ਨੇ, ਪਰਮੇਸ਼ਰ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਾਰਨ ਕੀਤਾ ਹੈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣਾ ਮਾਲਕ ਮੰਨਿਆ।
ਤੇ ਸਾਧ ਸੰਗਤ ਪਰਮੇਸ਼ਰ ਨੂੰ ਡਰਾਉਣ ਵਾਲੇ, ਪਰਮੇਸ਼ਰ ਦੇ ਬਣਾਏ ਇਸ ਸੰਸਾਰ ਨੂੰ ਡਰਾਉਣ ਵਾਲੇ ਇਸ ਸੰਸਾਰ ਵਿੱਚ ਬੜੇ ਆਏ। ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਅੰਦਰ ਕੋਈ ਨਾ ਕੋਈ ਐਸਾ ਪੈਦਾ ਹੁੰਦਾ ਹੈ ਜਿਹੜਾ ਚਾਹੁੰਦਾ ਹੈ ਕਿ ਸੰਸਾਰ ਦੇ ਵਿੱਚ ਮੇਰੀ ਹਕੂਮਤ ਚੱਲੇ, ਜਿਹੜਾ ਚਾਹੁੰਦਾ ਹੈ ਕਿ ਮੇਰਾ ਉਪਦੇਸ਼ ਚੱਲੇ, ਮੇਰੇ ਤੋਂ ਲੋਕ ਡਰਨ, ਮੇਰਾ ਪਾਣੀ ਭਰਨ, ਮੇਰੀ ਨੌਕਰੀ ਕਰਨ, ਜੋ ਮੈਂ ਕਹਾਂ ਉਹ ਕਰਨ, ਜੋ ਨਾ ਕਹਾਂ ਉਹ ਨਾ ਕਰਨ। ਪਰ ਉਹਨਾਂ ਨੂੰ ਠੱਲ ਪਾਉਣ ਵਾਸਤੇ ਕੋਈ ਨਾ ਕੋਈ ਆਪਣਾ ਪਿਆਰਾ ਜ਼ਰੀਆ ਬਣਾ ਕੇ ਪਰਮੇਸ਼ਰ ਭੇਜ ਦਿੰਦਾ ਹੈ। ਉਚਾਰਨ ਕਰੋ ਸਤਨਾਮ। ਆਪ ਜੀ ਦੇਖਦੇ ਹੋ ਕਿ ਜਦੋਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਆਏ, ਉਹਨਾਂ ਨੇ ਆਣ ਕੇ ਸਿੱਖੀ ਦਾ ਮੁੱਢ ਬੰਨਿਆ ਤੇ ਉਸ ਮੁੱਢ ਨੂੰ ਦਸਾਂ ਗੁਰੂਆਂ ਨੇ ਪਾਣੀ ਪਾਇਆ। ਉਹ ਹੌਲੀ ਹੌਲੀ ਬ੍ਰਿਕਸ਼ ਪ੍ਰਫੁੱਲਤ ਹੋਇਆ। ਸੰਪੂਰਨਤਾ ਹੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਖਾਲਸਾ ਤਿਆਰ ਕੀਤਾ। ਇਹੋ ਜਿਹਾ ਖਾਲਸਾ ਪੈਦਾ ਕੀਤਾ, ਇਹੋ ਜਿਹੇ ਆਪਣੇ ਪਿਆਰੇ ਪੈਦਾ ਕੀਤੇ ਜਿਹੜੇ ਨਾ ਤੇ ਕਿਸੇ ਨੂੰ ਡਰਾਉਂਦੇ ਸਨ ਤੇ ਨਾ ਹੀ ਕਿਸੇ ਤੋਂ ਡਰਦੇ ਸਨ। ਉਚਾਰਨ ਕਰੋ ਸਤਨਾਮ। ਇਹੀ ਚਾਲੀ ਜਿਹੜੀ ਹੈ ਸਾਧ ਸੰਗਤ ਦੇ ਭਲਿਆ ਜ਼ਮਾਨਿਆਂ ਦੇ ਵਿੱਚ ਸਤਯੁਗ ਦੇ ਅੰਦਰ ਵੀ ਚੱਲੀ। ਹਿਰਣਕਸ਼ਪ ਨੇ ਸਾਧ ਸੰਗਤ ਆਪਣੇ ਨਜ਼ਦੀਕੀ ਆਪਣੀ ਪ੍ਰਜਾ ਨੂੰ ਪਰਮੇਸ਼ਰ ਤੋਂ, ਪਰਮੇਸ਼ਰ ਦੀ ਬੰਦਗੀ ਕੀਤੀ। ਪਰਮੇਸ਼ਰ ਦੀ ਬੰਦਗੀ ਕਰਕੇ ਪਰਮੇਸ਼ਰ ਤੋਂ ਵਰ ਲੈ ਕੇ ਉਹਨਾਂ ਦਾ ਗਲਤ ਇਸਤੇਮਾਲ ਕਰਦਿਆਂ ਹੋਇਆ ਪਰਮੇਸ਼ਰ ਦੀ ਬਣਾਈ ਖਲਕਤ ਨੂੰ ਡਰਾਉਣਾ ਚਾਹਿਆ। ਆਖਿਆ ਵੀ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਨਹੀਂ ਹੈ, ਜੋ ਵੀ ਹੈ, ਜੋ ਵੀ ਹਾਂ ਮੈਂ ਹਾਂ। ਪਰਮੇਸ਼ਰ ਦਾ ਨਾਮ ਕੋਈ ਨਾ ਜਪੇ, ਅੱਜ ਤੋਂ ਹਰ ਜੀਵ ਮੇਰਾ ਨਾਮ ਜਪੇ, ਮੇਰੇ ਤੋਂ ਡਰੇ। ਜਲੇ ਹਰਨਾਕਸ਼ ਥਲੇ ਹਰਨਾਕਸ਼, ਕਿ ਹਰ ਜਗ੍ਹਾ ਮੇਰਾ ਵਾਸਾ ਹੈ। ਪਰ ਜਦੋਂ ਭੋਲੀ ਭਾਲੀ ਜਨਤਾ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਸਤਾਉਣਾ ਸ਼ੁਰੂ ਕੀਤਾ ਤੇ ਸਾਧ ਸੰਗਤ ਫਿਰ ਹਿਰਣਕਸ਼ਪ ਦੇ ਘਰ ਆਪਣਾ ਅੰਸ਼ ਪ੍ਰਹਿਲਾਦ ਭੇਜ ਦਿੱਤਾ। ਉਚਾਰਨ ਕਰੋ ਸਤਨਾਮ। ਆਪਣਾ ਰੂਪ ਭੇਜ ਦਿੱਤਾ ਤੇ ਉਸ ਪ੍ਰਹਿਲਾਦ ਨੂੰ ਖਤਮ ਕਰਨ ਦੇ, ਮਾਰਨ ਦੇ ਬੜੇ ਯਤਨ ਕੀਤੇ। ਅੱਗ ਦੇ ਵਿੱਚ ਪਾ ਕੇ ਸਾੜਿਆ, ਪਹਾੜੀ ਤੋਂ ਥੱਲੇ ਸੁੱਟਿਆ, ਹਥਿਆਰਾਂ ਦੇ ਨਾਲ ਕੱਟ ਵੱਢ ਵੀ ਕੀਤੀ। ਪਰ ਜਿੱਥੇ ਆਪ ਸਹਾਈ ਹੁੰਦਾ ਹੈ ਸਾਧ ਸੰਗਤ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰਦਾ। ਉਚਾਰਨ ਕਰੋ ਸਤਨਾਮ। ਚੌਗਿਰਦ ਹਮਾਰੇ ਰਾਮਕਾਰ, ਜਿਹੜੇ ਸਮਝਦੇ ਨੇ, ਜਿਹੜੇ ਮੰਨਦੇ ਨੇ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਅਖੀਰ ਜਦੋਂ ਸਾਧ ਸੰਗਤ ਕੋਈ ਹੀਲਾ ਨਾ ਬਣਿਆ ਤੇ ਫਿਰ ਹਿਰਣਕਸ਼ਪ ਨੇ ਆਪਣੀ ਭੈਣ ਹੋਲਕਾ ਨੂੰ ਪ੍ਰੇਰਿਤ ਕੀਤਾ ਵੀ ਤੈਨੂੰ ਤੇ ਵਰ ਮਿਲਿਆ ਹੋਇਆ, ਤੈਨੂੰ ਅਗਨੀ ਨਹੀਂ ਸਾੜ ਸਕਦੀ, ਤੂੰ ਇਸ ਨੂੰ ਆਪਣੀ ਗੋਦੀ ਵਿੱਚ ਲੈ ਕੇ ਅਗਨੀ ਦੇ ਵਿੱਚ ਬੈਠ ਜਾ, ਤੂੰ ਬਚ ਜਾਏਂਗੀ, ਇਹ ਸੜ ਜਾਏਗਾ। ਹੁਣ ਭੈਣ ਨੇ ਆਪਣੇ ਭਰਾ ਦਾ ਕਹਿਣਾ ਮੰਨਿਆ, ਸਾਰੀਆਂ ਤਿਆਰੀਆਂ ਹੋਈਆਂ। ਸਾਧ ਸੰਗਤ ਕੰਸ ਨੇ ਆਪਣੀ ਭੈਣ ਦਾ ਸਹਾਰਾ ਲਿਆ, ਪੂਤਨਾ ਨੂੰ ਮਾਰਨ ਵਾਸਤੇ ਸ੍ਰੀ ਕ੍ਰਿਸ਼ਨ ਨੂੰ ਭੇਜਿਆ। ਰਾਵਣ ਨੇ ਆਪਣੀ ਭੈਣ ਦਾ ਸਹਾਰਾ ਲਿਆ, ਸੂਰਪਨਖਾ ਨੂੰ ਪਰਮੇਸ਼ਰ ਸਰੂਪ ਰਾਮ ਨੂੰ ਮਾਰਨ ਵਾਸਤੇ ਭੇਜਿਆ। ਪਰ ਸਾਧ ਸੰਗਤ ਜਿਨ੍ਹਾਂ ਨੇ ਆਪਣੀਆਂ ਭੈਣਾਂ ਦਾ ਸਹਾਰਾ ਲਿਆ, ਆਖਰ ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ।
ਤੇ ਸਾਧ ਸੰਗਤ ਹੁਣ ਇੱਕ ਪਰਵ ਮਨਾਉਣ ਵਾਸਤੇ ਆਪਣੀ ਜਨਤਾ ਨੂੰ, ਆਪਣੇ ਸੇਵਕਾਂ ਨੂੰ ਹਿਰਣਕਸ਼ਪ ਨੇ ਢਿੰਡੋਰਾ ਪਿਟਵਾ ਦਿੱਤਾ ਵੀ ਇਸ ਦਿਨ ਇਸ ਤਰੀਕ ਨੂੰ ਇਹ ਕਾਰਜ ਕੀਤਾ ਜਾਣਾ ਹੈ ਕਿ ਪ੍ਰਹਿਲਾਦ ਨੂੰ ਹੋਲਿਕਾ ਜਿਹੜੀ ਹੈ ਉਹਦੀ ਭੂਆ ਉਹ ਆਪਣੀ ਗੋਦੀ ਵਿੱਚ ਲੈ ਕੇ ਉਸ ਨੂੰ ਅਗਨ ਕੁੰਡ ਵਿੱਚ ਬੈਠੇਗੀ ਤੇ ਆਪ ਨੇ ਸਭ ਨੇ ਸ਼ਾਮਲ ਹੋਣਾ ਇਹ ਨਜ਼ਾਰਾ ਵੇਖਣ ਵਾਸਤੇ। ਸਾਧ ਸੰਗਤ ਦਿਨ ਮਿਥਿਆ ਗਿਆ। ਦਿਨ ਮਿਥਿਆ ਇੱਕ ਚਿਖਾ ਚਿਣੀ ਗਈ, ਉਹਦੇ ਉੱਤੇ ਹੋਲਿਕਾ ਜਿਹੜੀ ਹੈ ਪ੍ਰਹਿਲਾਦ ਦੀ ਭੂਆ ਉਹਨੂੰ ਆਪਣੇ ਗੋਦੀ ਵਿੱਚ ਲੈ ਕੇ ਉਸ ਚਿਖਾ ਤੇ ਬੈਠ ਗਈ। ਜਦੋਂ ਚਿਖਾ ਦੇ ਵਿੱਚ ਬੈਠੀ ਤੇ ਸਾਧ ਸੰਗਤ ਜਿਹੜੇ ਜਿਨ੍ਹਾਂ ਨੇ ਵੀ ਪਰਮੇਸ਼ਰ ਤੋਂ ਵਰ ਲਏ, ਜਿਨ੍ਹਾਂ ਨੇ ਪਰਮੇਸ਼ਰ ਦੇ ਦਿੱਤੀਆਂ ਹੋਈਆਂ ਦਾਤਾਂ ਦਾ ਗਲਤ ਇਸਤੇਮਾਲ ਕੀਤਾ, ਸਾਧ ਸੰਗਤ ਉਹ ਇਸ ਸੰਸਾਰ 'ਚੋਂ ਹੱਥ ਝਾੜ ਕੇ ਗਏ ਤੇ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਲਾਹਣਤਾਂ ਹੀ ਪਈਆਂ ਨੇ। ਕਿਸੇ ਨੇ ਵੀ ਉਹਨਾਂ ਨੂੰ ਚੰਗਾ ਨਹੀਂ ਕਿਹਾ, ਭਾਵੇਂ ਕਿਸੇ ਪੱਖੋਂ ਵੇਖ ਲਓ। ਜੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਤੇ ਉਸ ਸਮੇਂ ਦੇ ਹਾਕਮ ਉਹਨਾਂ ਨੂੰ ਅੱਜ ਵੀ ਜੁੱਤੀਆਂ ਪੈਂਦੀਆਂ ਨੇ। ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਆਖਿਰ ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ, ਪਰ ਲਾਹਣਤਾਂ ਅੱਜ ਵੀ ਉਹਨਾਂ ਨੂੰ ਪੈਂਦੀਆਂ ਨੇ। ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ, ਸਾਧ ਸੰਗਤ ਉਹਨਾਂ ਨੂੰ ਅੱਜ ਵੀ ਲਾਹਣਤਾਂ ਪੈਂਦੀਆਂ ਨੇ। ਤੇ ਹੋਲਿਕਾ ਨੂੰ ਅਖੀਰ ਸਾਧ ਸੰਗਤ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਉਸ ਚਿਖਾ ਦੇ ਵਿੱਚ ਬੈਠੀ, ਲਾਂਬੂ ਲਾਇਆ ਗਿਆ। ਚਿਖਾ ਵਾਲੀ ਜਿਹੜੀ ਅੱਗ ਸੀ ਉਹ ਮੱਚੀ। ਸਾਧ ਸੰਗਤ ਪਰਮੇਸ਼ਰ ਦੀ ਐਸੀ ਕਿਰਪਾ ਪ੍ਰਹਿਲਾਦ ਤੇ ਹੋਈ ਕਿ ਜਿੰਨੇ ਵਰ ਲੈ ਰੱਖਿਆ ਸੀ ਹੋਲਿਕਾ ਸੜ ਕੇ ਸਵਾਹ ਹੋ ਗਈ, ਪਰ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਉਚਾਰਨ ਕਰੋ ਸਤਨਾਮ। ਬੁਰਾਈ ਤੇ ਅੱਛਾਈ ਦੀ ਜਿੱਤ ਹੋਲੀ ਵਾਲੇ ਦਿਨ ਹੋਈ, ਪਰ ਹੋਲਿਕਾ ਸੜ ਕੇ ਸਵਾਹ ਹੋ ਗਈ। ਪਰ ਲੋਕ ਅੱਜ ਵੀ ਢਿੰਡੋਰਾ ਪਿੱਟਦੇ ਨੇ ਕਿ ਹੋਲੀ ਹੈ, ਹੋਲੀ ਹੈ, ਪਰ ਜਿਹੜੀ ਸੜ ਕੇ ਸਵਾਹ ਹੋ ਗਈ। ਪਰ ਜਿਹਦੀ ਪਰਮੇਸ਼ਰ ਨੇ ਰਕਸ਼ਾ ਕੀਤੀ, ਪਰਮੇਸ਼ਰ ਦੀ ਜਿਹਦੇ ਤੇ ਕਿਰਪਾ ਹੋਈ, ਉਹਦਾ ਸਾਧ ਸੰਗਤ ਅੱਜ ਵੀ ਕੋਈ ਨਾਮ ਨਹੀਂ ਜਲੇਂਦਾ। ਉਚਾਰਨ ਕਰੋ ਸਤਨਾਮ। ਕਿਤੇ ਇਤਿਹਾਸ ਦੀ ਗੱਲ ਚੱਲਦੀ ਹੈ ਤੇ ਪ੍ਰਹਿਲਾਦ ਦਾ ਨਾਮ ਆਉਂਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਉਹਨਾਂ ਨੇ ਜਪਿਆ ਤੇ ਨਾਮ ਕਮਾਇਆ, ਤੇ ਅੱਜ ਵੀ ਆਪਣੇ ਨਾਮ ਕਰਕੇ, ਆਪਣੇ ਗੁਣਾ ਕਰਕੇ, ਪਰਮੇਸ਼ਰ ਦਾ ਸਿਮਰਨ ਕਰਕੇ ਸਾਧ ਸੰਗਤ ਉਹ ਅੱਜ ਵੀ ਸੰਸਾਰ ਦੇ ਵਿੱਚ ਅਮਰ ਨੇ। ਤੇ ਸਾਧ ਸੰਗਤ ਹੋਲੀ ਦੇ ਨਾਂ ਤੇ ਸਮਾਜ ਦੇ ਵਿੱਚ ਬੜੇ ਤਰ੍ਹਾਂ ਦੀਆਂ ਕੁਰੀਤੀਆਂ ਫੈਲੀਆਂ ਹੋਈਆਂ ਸਨ ਕਿ ਲੋਕ ਨਸ਼ਾ ਕਰਕੇ ਕਿਸੇ ਨੂੰ ਰੰਗ ਲਾਉਣਾ, ਕਿਸੇ ਦੇ ਕੱਪੜੇ ਗੰਦੇ ਕਰਨੇ, ਕਿਸੇ ਤੇ ਗਾਰਾ ਸੁੱਟਣਾ ਹੋਲੀ ਦੇ ਨਾਂ ਤੇ। ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨ ਦੇ ਵਿੱਚ ਵਿਚਾਰਿਆ ਵੀ ਇਹ ਸਮਾਜਿਕ ਪ੍ਰਥਾ ਹੈ, ਇਹਨੂੰ ਹਟਾ ਵੀ ਨਹੀਂ ਸਕਦੇ, ਪਰ ਇਹਨੂੰ ਸੁਧਾਰ ਸਕਦੇ ਹਾਂ। ਲੋਕ ਹੋਲੀ ਮਨਾਉਂਦੇ ਨੇ, ਅਸੀਂ ਹੋਲਾ ਮਹੱਲਾ ਮਨਾਵਾਂਗੇ। ਉਚਾਰਨ ਕਰੋ ਸਤਨਾਮ। ਤੇ ਸਤਿਗੁਰਾਂ ਨੇ ਇਹਨਾਂ ਕੁਰੀਤੀਆਂ ਤੋਂ ਬਾਹਰ ਕੱਢਦਿਆਂ ਹੋਇਆ, ਇਹਨਾਂ ਕੁਰੀਤੀਆਂ ਨੂੰ ਸਮਾਜ ਤੋਂ ਦੂਰ ਕਰਦਿਆਂ ਹੋਇਆ, ਆਪਣੇ ਸਿੱਖਾਂ ਨੂੰ ਆਪਣੇ ਕੋਲ ਬੁਲਾ ਕੇ ਹੁਕਮ ਦਿੱਤਾ ਬਈ ਹੋਲੀ ਮਨਾਉਂਦੇ ਨੇ ਲੋਕ, ਅਸੀਂ ਵੀ ਮਨਾਵਾਂਗੇ, ਪਰ ਸਾਡੇ ਮਨਾਉਣ ਦਾ ਢੰਗ ਕੋਈ ਹੋਰ ਹੋਏਗਾ। ਆਪਣੇ ਸਿੰਘਾਂ ਨੂੰ ਕੋਲ ਬੁਲਾਉਣਾ, ਦੋ ਪੱਖ ਬਣਾ ਦੇਣੇ, ਇੱਕ ਜੰਗੀ ਮਾਹੌਲ ਬਣਾਉਣਾ ਤੇ ਆਪਣੇ ਸਿੰਘਾਂ ਨੂੰ ਸਾਧ ਸੰਗਤ ਮਹੱਲਾ ਖਿਡਵਾਉਣਾ। ਆਪ ਜੀ ਦੇਖਦੇ ਹੋ ਨਿਹੰਗ ਸਿੰਘ ਜਿਹੜੇ ਖੇਡਦੇ ਨੇ, ਇਹ ਹੋਲਾ ਤੇ ਮਹੱਲਾ ਉਹਦਾ ਨਾਂ ਹੈ। ਜਿਹੜੇ ਘੋੜੇ ਤੇ ਚੜ੍ਹ ਕੇ ਕਈ ਵਾਰੀ ਉਹ ਕਾਈ ਦੇ ਜਿਹੜੇ
ਬੂਟੇ ਬਣਾ ਕੇ ਧਰਤੀ ਦੇ ਵਿੱਚ ਗੱਡ ਦੇਣੇ, ਘੋੜ ਦੌੜ ਕਰਾਉਣੀ ਤੇ ਬਰਛਿਆਂ ਦੇ ਨਾਲ ਉਹ ਬੁੱਚੜ ਪੁੱਟਣੇ। ਤੇ ਸਤਿਗੁਰਾਂ ਨੇ ਉੱਚੇ ਆਸਣ ਤੇ ਆਪਣਾ ਆਸਣ ਲਾ ਲੈਣਾ, ਸਿੰਘਾਂ ਦੇ ਜੌਹਰ ਵੇਖਣੇ ਤੇ ਉਹਨਾਂ ਦੇ ਜੌਹਰਾਂ ਅਨੁਸਾਰ, ਉਹਨਾਂ ਦੀ ਤਾਕਤ ਅਨੁਸਾਰ, ਉਹਨਾਂ ਦੇ ਸ਼ੌਰਿਆਂ ਅਨੁਸਾਰ ਸਾਧ ਸੰਗਤ ਉਹਨਾਂ ਨੂੰ ਇਨਾਮ ਵੰਡਣੇ। ਹਰ ਸਾਲ ਦੂਰ ਦੂਰ ਤੋਂ ਸੰਗਤਾਂ ਹੁਮ ਹਮਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੀਆਂ ਨੇ ਤੇ ਸਾਧ ਸੰਗਤ ਸਤਿਗੁਰਾਂ ਨੂੰ ਸ਼ਸਤਰ ਵੀ ਭੇਟ ਕਰਦੀਆਂ ਨੇ ਤੇ ਆਪਣੀ ਕਲਾ, ਆਪਣੇ ਜੌਹਰ ਵਿਖਾ ਕੇ, ਗੱਤਕੇ ਦੇ ਜੌਹਰ ਵਿਖਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੇ ਖੁਸ਼ ਹੁੰਦੇ ਉਹਨਾਂ ਨੂੰ ਵੱਡੀਆਂ ਵੱਡੀਆਂ ਦਾਤਾਂ ਇਨਾਮ ਦਿੰਦੇ। ਤੇ ਸਾਧ ਸੰਗਤ ਅੱਜ ਫਿਰ ਵੀ ਸਤਿਗੁਰਾਂ ਦੇ ਇੰਨੇ ਕੋਸ਼ਿਸ਼ ਕਰਨ ਤੋਂ ਬਾਵਜੂਦ, ਇੰਨਾ ਉਪਰਾਲਾ ਕਰਨ ਦੇ ਬਾਵਜੂਦ ਵੀ ਅਸੀਂ ਫਿਰ ਕੁਰੀਤੀਆਂ ਦੇ ਵਿੱਚ ਫਸੇ ਹੋਏ ਆ। ਸਾਨੂੰ ਚਾਹੀਦਾ ਹੈ ਕਿ ਸਤਿਗੁਰਾਂ ਦਾ ਕਹਿਣਾ ਮੰਨ ਕੇ, ਸਤਿਗੁਰਾਂ ਦਾ ਉਪਦੇਸ਼ ਮੰਨ ਕੇ ਸਾਧ ਸੰਗਤ ਸਾਨੂੰ ਜੋ ਵੀ ਉਹਨਾਂ ਨੇ ਉਪਦੇਸ਼ ਦਿੱਤਾ ਹੈ ਉਹਨੂੰ ਆਪਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਇਸੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਜਿਵੇਂ ਗੁਰੂ ਨੇ ਚਾਲੀ ਚਲਾਈ ਹੈ, ਜਿਵੇਂ ਗੁਰੂ ਨੇ ਮਾਰਗ ਦੱਸਿਆ ਹੈ, ਉਸ ਮਾਰਗ ਤੇ ਚੱਲੋ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਉਹ ਸਤ ਕਰਕੇ ਮੰਨਣਾ ਚਾਹੀਦਾ ਹੈ। ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਇਹਦਾ ਹੋਰ ਕੋਈ ਸਾਨੀ ਨਹੀਂ। ਪਰਮੇਸ਼ਰ ਦੇ ਬਚਨਾਂ ਦਾ, ਪਰਮੇਸ਼ਰ ਦੇ ਦੱਸੇ ਹੋਏ ਮਾਰਗ ਦਾ ਹੋਰ ਕੋਈ ਸਾਨੀ ਨਹੀਂ। ਜਿਹੜਾ ਇਸ ਮਾਰਗ ਤੇ ਚੱਲਦਾ ਹੈ ਸਾਧ ਸੰਗਤ ਉਹਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਉਚਾਰਨ ਕਰੋ ਸਤਿਨਾਮ। ਤੇ ਜਿਹੜਾ ਜੀਵ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਜਿਹੜਾ ਜੀਵ ਪਰਮੇਸ਼ਰ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ, ਉਹਦਾ ਆਪਣਾ ਜੀਵਨ ਹੀ ਨਹੀਂ ਸੌਰਦਾ। ਸਾਧ ਸੰਗਤ ਉਹਦੀਆਂ 21 ਕੁਲਾਂ ਤਰ ਜਾਂਦੀਆਂ ਨੇ। ਉਚਾਰਨ ਕਰੋ ਸਤਿਨਾਮ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਬਚਨ ਕਰਨਾ ਵੀ ਜੇ ਘਰ ਦੇ ਵਿੱਚ ਇੱਕ ਗੁਰਮੁਖ ਹੋ ਜਾਵੇ ਤੇ 21 ਕੁਲਾਂ ਦਾ ਉਧਾਰ ਕਰ ਜਾਂਦਾ ਹੈ, ਤੇ ਜੇ ਘਰ ਦੇ ਵਿੱਚ ਇੱਕ ਮਨਮੁਖ ਹੋਵੇ ਤੇ ਸਾਧ ਸੰਗਤ ਉਹ 21 ਨਾਲ ਹੋਰ ਡੁੱਬ ਜਾਂਦਾ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਾਨੂੰ ਸਤਿਗੁਰਾਂ ਨੇ ਸਿੱਖੀ ਸਰੂਪ ਦਿੱਤਾ ਹੈ। ਸਿੱਖੀ ਸਰੂਪ ਨੂੰ ਬਰਕਰਾਰ ਰੱਖਦਿਆਂ ਹੋਇਆ ਅੰਮ੍ਰਿਤ ਛਕ ਕੇ, ਗੁਰੂ ਵਾਲੇ ਬਣ ਕੇ, ਗੁਰੂ ਕੀ ਬਾਣੀ ਪੜ੍ਹ ਕੇ, ਗੁਰੂ ਕੀ ਬਾਣੀ ਜਿਹੜਾ ਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਦੇ ਚੱਲ ਕੇ, ਉਪਦੇਸ਼ ਨੂੰ ਕਮਾ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ। ਸੁਭਾਅ ਬੜੇ ਪ੍ਰੇਮ ਸਤਿਕਾਰ ਦੇ ਨਾਲ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਆਓ ਇਹਨਾਂ ਪੰਕਤੀਆਂ ਦੇ ਨਾਲ ਸਾਰੇ ਗੁਰੂ ਚਰਨਾਂ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿਹੜਾ ਵੀ ਇਸ ਬਾਣੀ ਨੂੰ ਪੜ੍ਹਦਾ ਹੈ, ਜਿਹੜਾ ਇਸ ਬਾਣੀ ਨੂੰ ਪ੍ਰੇਮ ਕਰਦਾ ਹੈ, ਸਾਧ ਸੰਗਤ ਉਹਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਸੋ ਆਓ ਆਪਾਂ ਵੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ। हे ਸੱਚੇ ਪਾਤਸ਼ਾਹ, ਲੱਖਾਂ ਹੀ ਦਰਾਂ ਨੂੰ ਗਾਹ ਕੇ ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲੇਹੋ ਵਡਿਆਈ। ਲੱਖਾਂ ਹੀ ਦਰਾਂ ਨੂੰ ਗਾਹ ਕੇ ਤੇਰੇ ਦਰ ਤੇ ਪੁੱਜੇ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰੋ, ਸਾਡੀ ਝੋਲੀ ਨਾਮ ਦੀ ਦਾਤ ਪਾਓ, ਜਿਹਦੇ ਨਾਲ ਸਾਡਾ ਵੀ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਜਾਏ। ਸੋ ਆਓ ਸਾਰੇ ਪੜ੍ਹੀਏ ਜੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ, ਆਪ ਅਡੋਲ ਨਾ ਕਬਹੂ ਡੋਲੇ। ਸਿਮਰੋ ਬਾਣੀ ਪ੍ਰਭ ਕੀ ਸਭ ਕੋ ਬੋਲੇ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ, ਆਪ ਅਡੋਲ ਨਾ ਕਬਹੂ ਡੋਲੇ। ਸ੍ਰੀ ਸੁਖਮਨੀ ਸਾਹਿਬ ਅੰਦਰ ਇਹ ਪੰਕਤੀਆਂ ਸਤਿਗੁਰਾਂ ਨੇ ਦਰਜ ਕੀਤੀਆਂ ਨੇ ਤੇ ਆਪਾਂ ਬਾਣੀ ਰੋਜ਼ ਪੜ੍ਹਨੇ ਆ, ਰੋਜ਼ ਸੁਣਨੇ ਆ, ਪਰ ਖਿਆਲ ਨਹੀਂ ਕਰਦੇ। ਪਰ ਜਦੋਂ ਖਿਆਲ ਜੀਵ ਆਪਣੇ ਮਨ ਕਰਕੇ ਪੜ੍ਹਦਾ ਹੈ, ਖਿਆਲ ਦੇ ਨਾਲ ਪੜ੍ਹਦਾ ਹੈ, ਤੇ ਸਾਧ ਸੰਗਤ ਫਿਰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ। ਪੰਕਤੀਆਂ ਆਪਣਾ ਭਾਵ ਅਰਥ ਆਪ ਦੱਸਦੀਆਂ ਨੇ, ਤੇ ਜਦੋਂ ਭਾਵ ਅਰਥ ਜੀਵ ਦੀ ਸਮਝ ਆ ਜਾਂਦੇ ਨੇ
ਤੇ ਸਾਧ ਸੰਗਤ ਫਿਰ ਜੀਵ ਦਾ ਜੀਵਨ ਬਦਲ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਪਤਾ ਨਹੀਂ ਕਿਹੜੇ ਸ਼ਬਦ ਨੇ, ਕਿਹੜੀ ਪੰਕਤੀ ਨੇ ਜੀਵ ਨੂੰ ਠੋਕਰ ਮਾਰਨੀ ਹੈ ਤੇ ਉਹਦਾ ਜੀਵਨ ਬਦਲ ਜਾਣਾ ਹੈ। ਇਸ ਕਰਕੇ ਆਓ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਪੜੋ ਜੀ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ, ਆਪ ਅਡੋਲ ਨਾ ਕਬਹੂ ਡੋਲੇ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਗੁਰੂ ਕਿਰਪਾ ਦੇ ਨਾਲ ਜੀਵ ਦੇ ਅੰਦਰੋਂ ਜਿਹੜੇ ਭਰਮ ਨੇ ਖਤਮ ਹੋ ਜਾਂਦੇ ਨੇ। ਗੁਰ ਪ੍ਰਸਾਦ ਭਰਮ ਕਾ ਨਾਸ, ਗੁਰੂ ਕਿਰਪਾ ਦੇ ਨਾਲ। ਨਾਨਕ ਤਿਨ ਮੈਂ ਇਹੋ ਵਿਸਾਸ। ਜੀਵ ਦੇ ਅੰਦਰ ਇਹ ਭਰੋਸਾ ਹੋਣਾ ਚਾਹੀਦਾ ਹੈ, ਇਹ ਅਕੀਦਾ ਹੋਣਾ ਚਾਹੀਦਾ ਹੈ ਕਿ ਜਦੋਂ ਮੇਰੇ ਤੇ ਗੁਰੂ ਖੁਸ਼ ਹੋ ਗਿਆ ਤੇ ਮੇਰਾ ਜੀਵਨ ਬਦਲ ਜਾਏਗਾ, ਮੇਰੇ ਅੰਦਰੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਏਗਾ। ਆਓ ਸਾਰੇ ਪੜ੍ਹੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਪਾਂ ਗੱਲਾਂ ਬਾਤਾਂ ਕਰਨੇ ਆ, ਆਵਾਜ਼ ਬੜੀ ਦੂਰ ਜਾਂਦੀ ਹੈ, ਪਰ ਸਾਧ ਸੰਗਤ ਇਹ ਗੁਰੂ ਕੀ ਬਾਣੀ ਹੈ। ਹਰ ਜੀਵ ਨੂੰ ਚਾਹੀਦਾ ਹੈ ਕਿ ਭਾਵੇਂ ਸਮਝ ਨਾ ਹੀ ਆਵੇ, ਨਾਲ ਪੜ੍ਹੇ, ਗਾਵੋ, ਸੁਣੋ, ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰੱਖਿਆ। ਹਰ ਜੀਵ ਨੂੰ ਉਸ ਪਰਮੇਸ਼ਰ ਦੀ ਉਸਤਤ ਕਰਨੀ ਚਾਹੀਦੀ ਹੈ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਸਦਾ ਹੀ ਸੁੱਖਾਂ ਦੀ ਦਾਤੀ ਹੈ, ਸਦਾ ਹੀ ਜੀਵ ਨੂੰ ਸੁੱਖ ਦਿੰਦੀ ਹੈ, ਪਰ ਜੀਵ ਜੇ ਕੋਈ ਮਨ ਕਰਕੇ ਪੜ੍ਹੇ। ਇਸ ਕਰਕੇ ਆਓ ਸਾਰੇ ਪੜ੍ਹੀਏ, ਭੁੱਲਾਂ ਗਲਤੀਆਂ ਦੀ ਮਾਫੀ। ਉਪਰੰਤ ਆਨੰਦ ਸਾਹਿਬ ਦਾ ਜਾਪ ਅਰਦਾਸ ਹੋਏਗੀ। ਸੰਗਤਾਂ ਨੂੰ ਬੇਨਤੀ ਹੈ ਕਿ ਪੂਰਨਮਾਸ਼ੀ ਦੇ ਦੂਸਰੇ ਦਿਹਾੜੇ ਨੂੰ ਆਪਾਂ ਨੂੰ ਪਤਾ ਹੈ ਕਿ ਮਨਾਇਆ ਜਾਂਦਾ ਹੈ। ਸਮੇਂ ਸਿਰ ਗੁਰੂ ਚਰਨਾਂ ਵਿੱਚ ਆਣ ਕੇ ਆਪਾਂ ਹਾਜ਼ਰੀ ਭਰਿਆ ਕਰੀਏ, ਜਿਹਦੇ ਨਾਲ ਮਹਾਂਪੁਰਖਾਂ ਦਾ ਕੀਤਾ ਹੋਇਆ ਉਦਮ ਉਪਰਾਲਾ ਵੀ ਸਫਲਾ ਹੋਵੇ ਤੇ ਸਾਡਾ ਜੀਵਨ ਵੀ ਸਫਲਾ ਹੋਵੇ, ਕਿਉਂਕਿ ਇਹੀ ਨਾਲ ਜਾਣਾ ਹੈ। ਇਹੀ ਘੜੀਆਂ ਜੀਵ ਦੀ ਅੰਤ ਸਮੇਂ ਬਾਹ ਫੜਦੀਆਂ ਨੇ। ਨਹੀਂ ਤਾਂ ਹੋਰ ਕਾਰ ਵਿਹਾਰ ਜਿੰਨੇ ਮਰਜ਼ੀ ਜੀਵ ਕਰੀ ਜਾਏ, ਇਹ ਸਾਧ ਸੰਗਤ ਨਾਲ ਨਹੀਂ ਜੇ ਜਾਂਦੇ। ਉਚਾਰਨ ਕਰੋ ਸਤਨਾਮ। ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹਿ ਆਵੇ ਕੰਮ। ਤੇ ਚੰਗੇ ਅਮਲ ਜਿਹੜੇ ਨੇ ਉਹ ਜੀਵ ਨੂੰ ਦਰਗਾਹ ਦੇ ਵਿੱਚ ਕੁਰਸਤੇ ਨਹੀਂ ਪੈਣ ਦਿੱਤੇ, ਰਸਤੇ ਤੇ ਲੈ ਜਾਂਦੇ ਨੇ। ਤੇ ਜਦੋਂ ਜੀਵ ਕੁਰਸਤੇ ਪੈ ਜਾਂਦਾ ਹੈ ਤੇ ਸਾਧ ਸੰਗਤ ਫਿਰ ਠੋਕਰਾਂ ਹੀ ਮਿਲਦੀਆਂ ਨੇ। ਇਸ ਕਰਕੇ ਆਓ ਸਾਰੇ ਪੜੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਸਦਾ ਵਿਸਾਸ। ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਸਦਾ ਵਿਸਾਸ। ਪੜੋ ਜੀ ਪੜੋ। ਨਾਨਕ ਤਿਨ ਮੈਂ ਸਦਾ ਵਿਸਾਸ। ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਸਦਾ ਵਿਸਾਸ। ਨਾਨਕ ਤਿਨ ਮੈਂ ਸਦਾ ਵਿਸਾਸ। ਆਪ ਅਡੋਲ ਨਾ ਕਬਹੂ ਡੋਲੇ, ਆਪ ਅਡੋਲ ਨਾ ਕਬਹੂ ਡੋਲੇ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਬਾਣੀ ਪ੍ਰਭ ਕੀ ਸਭ ਕੋ ਬੋਲੇ। ਆਪ ਅਡੋਲ ਨਾ ਕਬਹੂ ਡੋਲੇ, ਆਪ ਅਡੋਲ ਨਾ ਕਬਹੂ ਡੋਲੇ, ਆਪ ਅਡੋਲ
सबको बोले बाणी प्रभ की सबको बोले आप अडोल ना कबू डोले आप अडोल ना कबू डोले वाहिगुरु। ਬਾਣੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ। ਇੰਨੇ ਗੁਣੀ ਗਿਆਨੀ ਤੇ ਨਹੀਂ, ਪਰ ਸਤਿਗੁਰਾਂ ਨੇ ਜਿੰਨੀ ਕੁ ਸੋਝੀ ਬਖਸ਼ਿਸ਼ ਕੀਤੀ ਹੈ ਉਸ ਅਨੁਸਾਰ ਜਿੰਨੀ ਕੁ ਸਮਝ ਹੈ ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜੇ ਕਿਸੇ ਦੀ ਸ਼ਾਨ ਦੇ ਖਿਲਾਫ ਵੱਧ ਘੱਟ ਬੋਲਿਆ ਗਿਆ ਹੋਵੇ ਉਹ ਵੀ ਆਪ ਜੀ ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਯੋਗ ਹਨ। ਅਗਾਂਹ ਤੋਂ ਬਾਣੀ ਪੜ੍ਹਨ ਸੁਣਨ ਵਿਚਾਰ ਕਰਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਮੱਤ ਬਖਸ਼ਿਸ਼ ਕਰਨ। ਸੋ ਆਓ ਪਾਵਨ ਬਾਣੀ ਆਨੰਦ ਸਾਹਿਬ ਦਾ ਜਾਪ ਉਪਰੰਤ ਅਰਦਾਸ ਸਾਰੇ